ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣ ਕੇ ਭਾਗ ਦੂਜਾ। ਅਸੀਂ ਅੱਖਾਂ ਨਾਲ ਬੋਲਦੇ ਹੀ ਨਹੀਂ, ਅੱਖਾਂ ਨਾਲ ਸੁਣਦੇ ਵੀ ਹਾਂ। ਪਿਆਰ ਵਿੱਚ ਇਹ ਭਾਸ਼ਾ ਹਰ ਕਿਸੇ ਨੂੰ ਬੋਲਣੀ ਸੁਣਨੀ ਆ ਜਾਂਦੀ ਹੈ। ਪਹਿਲਾ ਪ੍ਰਭਾਵ ਪਾਉਣ ਵਾਸਤੇ ਦੂਜਾ ਮੌਕਾ ਨਹੀਂ ਮਿਲਦਾ। ਪਹਿਲਾ ਪਿਆਰ ਦੋ ਵਾਰੀ ਨਹੀਂ ਹੁੰਦਾ। ਸ਼ਿੰਗਾਰ ਅਤੇ ਮੇਕਅਪ ਦਾ ਉਦੇਸ਼ ਚਿਹਰੇ ਦਾ ਪ੍ਰਭਾਵ ਵਧਾਉਣਾ ਹੁੰਦਾ ਹੈ, ਚਿਹਰਾ ਬਦਲਣਾ ਨਹੀਂ ਹੁੰਦਾ। ਲਿਬਾਸ ਰਾਹੀਂ ਅਸੀਂ ਬੋਲਣ ਤੋਂ ਪਹਿਲਾਂ ਹੀ ਗੱਲਬਾਤ ਕਰਨ ਲੱਗ ਪੈਂਦੇ ਹਾਂ। ਬਹੁਤ ਅਧਿਕ ਕੱਪੜੇ ਉਹ ਸੰਦੇਸ਼ ਦਿੰਦੇ ਹਨ ਜਿਹੜਾ ਤੁਸੀਂ ਦੇਣਾ ਨਹੀਂ ਚਾਹੁੰਦੇ। ਹੁਣ ਲੋਕ ਆਪਣੀ ਸਿਹਤ ਵੱਲ ਧਿਆਨ ਉਦੋਂ ਹੀ ਦਿੰਦੇ ਹਨ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ। ਆਪਣੇ ਨੁਕਸਾਂ ਦੇ ਪਿੱਛੇ ਲੁਕੋ ਨਾ, ਉਹਨਾਂ ਨੂੰ ਦੂਰ ਕਰੋ। ਘਾਟਾ ਖਾਣ ਵਾਲੇ ਬਹਾਨੇ ਲਾਉਂਦੇ ਹਨ, ਕੰਮ ਮੁਕਾਉਣ ਵਾਲੇ ਨੋਟ ਗਿਣਦੇ ਹਨ। ਜੇ ਤੁਹਾਨੂੰ ਸਹੀ ਸੂਚਨਾ ਦੁਸ਼ਮਣਾਂ ਤੋਂ ਮਿਲਦੀ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਡਾ ਕੋਈ ਦੋਸਤ ਨਹੀਂ। ਨੁਕਸ ਕੱਢਣ ਵਾਲੇ ਕਿਧਰੇ ਪ੍ਰਵਾਹ ਨਹੀਂ ਹੁੰਦੇ, ਕਿਉਂਕਿ ਪਹਿਲਾਂ ਉਹ ਨੁਕਸ ਕੱਢਣਗੇ ਫਿਰ ਭੰਡਣਗੇ ਵੀ। ਜੇ ਸਮੱਸਿਆ ਹੱਲ ਕਰਨੀ ਹੈ ਤਾਂ ਕੇਂਦਰੀ ਨੁਕਤੇ ਤੇ ਕੇਂਦਰਿਤ ਰਹੋ, ਪਹਿਲਾਂ ਅਤੇ ਮਗਰੋਂ ਦੇ ਹੋਰ ਮਸਲੇ ਨਾ ਉਭਾਰੋ। ਜੇ ਵਿਦਿਆਰਥੀ ਨੂੰ ਉਸਦੇ ਹਰਮਨ ਪਿਆਰੇ ਅਧਿਆਪਕ ਦੀ ਸ਼ਾਬਾਸ਼ ਮਿਲ ਜਾਵੇ, ਉਸਦੇ ਜ਼ਮੀਨ ਤੇ ਹਫ਼ਤਾ ਪੈਰ ਨਹੀਂ ਲੱਗਦੇ। ਲੜਾਈ ਵਿੱਚ ਇਸਤਰੀਆਂ ਪੁਰਾਣਾ ਇਤਿਹਾਸ ਖੋਹ ਲੈਂਦੀਆਂ ਹਨ, ਪੁਰਸ਼ ਨਵੀਆਂ ਧਮਕੀਆਂ ਦੇਣ ਲੱਗ ਪੈਂਦੇ ਹਨ। ਔਰਤਾਂ ਉੱਤੇ ਕੋਈ ਪਾਬੰਦੀ ਲਾਉਣੀ ਹੋਵੇ, ਅਨਪੜ੍ਹ ਪੁਰਸ਼ਾਂ ਵਿੱਚ ਵੀ ਝੱਟ ਸਹਿਮਤੀ ਹੋ ਜਾਵੇਗੀ। ਜੇ ਔਰਤਾਂ ਪੁਰਸ਼ਾਂ ਉੱਤੇ ਕੋਈ ਪਾਬੰਦੀ ਲਾਉਣ ਤਾਂ ਪਾਬੰਦੀ ਦਾ ਵਿਰੋਧ ਕਰਨ ਵਿੱਚ ਕਈ ਔਰਤਾਂ ਵੀ ਪੁਰਸ਼ਾਂ ਨਾਲ ਰਲ ਜਾਣਗੀਆਂ। ਸਾਡੇ ਦੇਸ਼ ਵਿੱਚ ਆਤਮ ਵਿਸ਼ਵਾਸ ਦੀ ਘਾਟ ਕਾਰਨ ਹਰ ਕੋਈ ਕਿਸੇ ਦੇਵੀ ਦੇਵਤੇ ਸ਼ਕਤੀ ਅੱਗੇ ਝੁੱਕ ਕੇ ਤਰਲੇ ਲੈ ਰਿਹਾ ਹੈ। ਪ੍ਰਾਰਥਨਾਵਾਂ ਵੀ ਤਰਲੇ ਹੁੰਦੀਆਂ ਹਨ। ਜੈ ਮਾਤਾ ਦੀ ਤੇਰਾ ਹੀ ਆਸਰਾ, ਤਰਲੇ ਹੀ ਹਨ। ਤਰਲੇ ਕਿਸੇ ਦੀ ਕੋਈ ਸਮੱਸਿਆ ਹੱਲ ਨਹੀਂ ਕਰਦੇ। ਜ਼ਿੰਦਗੀ ਵਿੱਚ ਕਮਾਈ ਕੇਵਲ ਪੈਸਿਆਂ ਵਿੱਚ ਹੀ ਨਹੀਂ ਹੁੰਦੀ, ਇਹ ਅਨੁਭਵ, ਤਜਰਬੇ ਅਤੇ ਗਿਆਨ ਪ੍ਰਾਪਤੀ ਵਿੱਚ ਵੀ ਹੁੰਦੀ ਹੈ। ਥਕਾਵਟ ਵਿੱਚ ਵੱਡੇ ਅਤੇ ਗੰਭੀਰ ਮਾਮਲੇ ਨਹੀਂ ਵਿਚਾਰਨੇ ਚਾਹੀਦੇ। ਥੱਕਿਆ ਬੰਦਾ ਹਰੇਕ ਗੱਲ ਨੂੰ ਵਿਗੜੇ ਰੂਪ ਵਿੱਚ ਵੇਖਦਾ ਹੈ। ਜਿਉਂ ਹੀ ਪਤਾ ਲੱਗੇ ਦੂਜੀ ਧਿਰ ਥੱਕੀ ਹੋਈ ਹੈ, ਕਦੀ ਬਹਿਸ ਨਾ ਕਰੋ। ਮਨੋਵਿਸ਼ਲੇਸ਼ਣ ਦੌਰਾਨ ਮਾਨਸਿਕ ਪੱਖੋਂ ਪਰੇਸ਼ਾਨ ਵਿਅਕਤੀ ਸਮਾਜ ਦੇ ਪਰੰਪਰਕ ਬੰਧਨਾਂ ਨਾਲ ਜੂਝਦਾ ਪ੍ਰਤੀਤ ਹੁੰਦਾ ਹੈ। ਸਾਡੇ ਸਮਾਜ ਵਿੱਚ ਲਗਭਗ ਹਰੇਕ ਪ੍ਰਕਾਰ ਦੀ ਅਸਫਲਤਾ ਦਾ ਸੰਕਲਪ ਪੈਸੇ ਦੀ ਘਾਟ ਨਾਲ ਜੁੜਿਆ ਹੋਇਆ ਹੈ। ਮਨੁੱਖ ਜਵਾਨੀ ਵਿੱਚ ਤਜਰਬੇ ਕਰਨੇ ਆਰੰਭ ਕਰਕੇ ਵਿਆਹ ਹੋਣ ਤੱਕ ਤਜਰਬੇ ਕਰਦਾ ਹੀ ਰਹਿੰਦਾ ਹੈ। ਵਿਆਹ ਕਰਵਾ ਕੇ ਉਹ ਪਰਿਵਾਰਕ ਪ੍ਰਯੋਗਸ਼ਾਲਾ ਦਾ ਮੁਖੀ ਬਣ ਜਾਂਦਾ ਹੈ। ਭਾਰਤ ਵਿੱਚ ਕਿਸੇ ਰੋਗ ਦੌਰਾਨ ਅਸੀਂ ਇੱਕੋ ਵੇਲੇ ਕਈ ਚਿਕਿਤਸਾ ਪ੍ਰਣਾਲੀਆਂ ਦਾ ਇਲਾਜ ਆਰੰਭ ਕਰ ਦਿੰਦੇ ਹਾਂ ਅਤੇ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿਹੜੇ ਅਤੇ ਕਿਸ ਦੇ ਇਲਾਜ ਨਾਲ ਠੀਕ ਹੋਏ ਹਾਂ। ਆਪਣੇ ਵਿਰੋਧੀ ਜਾਂ ਦੁਸ਼ਮਣ ਵਿੱਚੋਂ ਸਿਆਣਪ ਲੱਭੋ। ਸਾਰਾ ਜੀਵਨ ਬਾਹਰਲੀ ਦੁਨੀਆ ਬਦਲਣ ਦੇ ਯਤਨ ਵਿੱਚ ਅਸਫਲ ਹੋਣ ਮਗਰੋਂ ਪਤਾ ਲੱਗਦਾ ਹੈ ਕਿ ਪਹਿਲਾਂ ਆਪਣੀ ਅੰਦਰਲੀ ਦੁਨੀਆ ਬਦਲਣ ਦੀ ਲੋੜ ਸੀ। ਭਾਰਤ ਵਿੱਚ ਪਤੀ ਪਤਨੀ ਨਾਲੋਂ ਪੁੱਤਰ ਮਾਂ ਦਾ ਰਿਸ਼ਤਾ ਵਧੇਰੇ ਪਿੰਡਾ ਹੈ। ਭਾਰਤੀ ਧਰਮ ਹੀ ਨਹੀਂ, ਇਹ ਸਾਡੀਆਂ ਸਰੀਰਕ, ਮਾਨਸਿਕ, ਸਮਾਜਿਕ ਸਮੱਸਿਆਵਾਂ ਦੇ ਹੱਲ ਵੀ ਸਮਝੇ ਜਾਂਦੇ ਹਨ। ਭਾਰਤੀ ਧਰਮਾਂ ਦੀ ਦਿਲਚਸਪੀ ਜੀਵਨ ਜਿਉਣ ਅਤੇ ਮੰਨਣ ਵਿੱਚ ਘੱਟ ਅਤੇ ਜੀਵਨ ਦੇ ਅੰਤ ਵਿੱਚ ਵਧੇਰੇ ਹੈ। ਜੇ ਕੁੱਕੜ ਕੁਝ ਚਿਰ ਸ਼ਹਿਰ ਰਹਿ ਕੇ ਪਿੰਡ ਆਵੇ ਤਾਂ ਮੋਰ ਬਣ ਕੇ ਮੁੜਦਾ ਹੈ। ਭਾਰਤੀਆਂ ਕੋਲ ਆਪਣੇ ਆਪ ਨੂੰ ਭੁੱਲਣ ਅਤੇ ਨਕਾਰਨ ਦੀ ਕਲਾ ਹੈ। ਪੱਛਮ ਕੋਲ ਆਪਣੇ ਆਪ ਨੂੰ ਜਤਲਾਉਣ ਅਤੇ ਪ੍ਰਗਟਾਉਣ ਦਾ ਹੁਨਰ ਹੈ। ਜਿਸ ਦਾ ਪੁੱਤਰ ਨਹੀਂ ਹੁੰਦਾ, ਉਸਦੇ ਸ਼ੈਤਾਨ ਭਾਣਜੇ ਭਤੀਜੇ ਜ਼ਰੂਰ ਹੁੰਦੇ ਹਨ। ਭਾਰਤੀ ਸਿੱਖਿਆ ਪ੍ਰਣਾਲੀ ਵਿਸ਼ਵਾਸ ਕਰਨਾ ਸਿਖਾਉਂਦੀ ਹੈ। ਪੱਛਮੀ ਸਿੱਖਿਆ ਪ੍ਰਣਾਲੀ ਕਿੰਤੂ ਪਰੰਤੂ ਅਤੇ ਵਿਸ਼ਲੇਸ਼ਣ ਕਰਨ ਦੀ ਸਿਖਲਾਈ ਦਿੰਦੀ ਹੈ।
ਸਾਡੇ ਕੋਲ ਧਾਰਮਿਕ ਸਥਾਨ ਹਨ, ਪੱਛਮ ਕੋਲ ਪ੍ਰਯੋਗਸ਼ਾਲਾਵਾਂ ਹਨ। ਭਾਰਤੀ ਇਸਤਰੀ ਦਾ ਘਰੋਂ ਬਾਹਰ ਜਾ ਕੇ ਕੰਮ ਕਰਨਾ ਬੌਧਿਕ ਪੱਧਰ ਤੇ ਤਾਂ ਪ੍ਰਵਾਨ ਹੋ ਗਿਆ ਹੈ, ਭਾਵਕ ਪੱਧਰ ਤੇ ਨਹੀਂ ਹੋਇਆ। ਇਹੀ ਕਾਰਨ ਹੈ ਕਿ ਇਸਤਰੀ ਦੀਆਂ ਭਾਵਕ ਪਰੇਸ਼ਾਨੀਆਂ ਵੱਧ ਗਈਆਂ ਹਨ। ਪਰੰਪਰਾਵਾਦੀ ਕਹਿੰਦੇ ਹਨ, ਅਸੀਂ ਠੀਕ ਹਾਂ, ਲੋੜ ਨਵੀਨਤਾ ਨੂੰ ਸੁਧਾਰਨ ਦੀ ਹੈ। ਆਪਣੇ ਆਪ ਨੂੰ ਕਮਜ਼ੋਰ ਸਮਝਣ ਵਾਲਾ ਆਪਣੇ ਸਾਹਮਣੇ ਵਾਲੇ ਖਤਰੇ ਅਤੇ ਸੰਕਟ ਨੂੰ ਵਧਾ ਚੜ੍ਹਾ ਕੇ ਵੇਖਦਾ ਹੈ। ਫਸਾਦਾਂ ਉਪਰੰਤ ਡਰ ਦਾ ਬੋਲਬਾਲਾ ਹੁੰਦਾ ਹੈ। ਤਕੜਿਆਂ ਨੂੰ ਜਵਾਬੀ ਹਮਲੇ ਦਾ ਡਰ ਹੁੰਦਾ ਹੈ, ਕਮਜ਼ੋਰਾਂ ਨੂੰ ਨਵੇਂ ਹਮਲੇ ਦਾ ਭੈ ਹੁੰਦਾ ਹੈ। ਭਾਰਤੀ ਫਿਲਮਾਂ ਵਿੱਚ ਨਾਇਕ ਕਾਲੇ ਨਹੀਂ ਹੁੰਦੇ, ਖਲਨਾਇਕ ਹੁੰਦੇ ਹਨ। ਫਿਲਮ ਤਾਂ ਹੀ ਪ੍ਰਭਾਵਿਤ ਕਰਦੀ ਹੈ ਜੇ ਨਾਇਕ ਵਿੱਚ ਖਲਨਾਇਕ ਦੇ ਮੁਕਾਬਲੇ ਚੰਗੇ ਗੁਣ ਅਤੇ ਸ਼ਕਤੀ ਹੋਵੇ। ਗੋਰੇ ਹੋਣਾ ਭਾਰਤ ਵਿੱਚ ਗੁਣ ਵੀ ਹੈ ਅਤੇ ਸ਼ਕਤੀ ਵੀ ਹੈ। ਸੰਕਟ ਦੌਰਾਨ ਅਸੀਂ ਵਿਚਾਰਾਂ ਤੋਂ ਨਹੀਂ, ਆਗੂਆਂ ਤੋਂ ਪ੍ਰਭਾਵਿਤ ਹੁੰਦੇ ਹਾਂ। ਆਪਣੀ ਹਉਮੈ ਤੋਂ ਉੱਚੇ ਉੱਠਣਾ ਮੁਸ਼ਕਿਲ ਬੜਾ ਹੈ। ਜਿਹੜਾ ਉੱਠ ਜਾਂਦਾ ਹੈ ਉਹ ਸੰਤ ਮਹਾਤਮਾ ਖਵਾਉਂਦਾ ਹੈ। ਪੁਨਰ ਜਨਮ ਦੇ ਸਿਧਾਂਤ ਕਾਰਨ ਹਿੰਦੂ ਧਰਮ ਵਿੱਚ ਸ਼ਹਾਦਤ ਦਾ ਸੰਕਲਪ ਨਹੀਂ ਹੈ, ਜਨਮ ਮਰਨ ਦਾ ਚੱਕਰ ਪੂਰਾ ਕਰਕੇ ਮੁਕਤ ਹੋਣ ਦਾ ਸੰਕਲਪ ਹੈ। ਅਜੋਕਾ ਮਨੁੱਖ ਇਤਨਾ ਵਧੇਰੇ ਸਵੈ ਕੇਂਦਰਿਤ ਹੋ ਗਿਆ ਹੈ ਕਿ ਉਹ ਆਲੇ ਦੁਆਲੇ ਵਨਸਪਤੀ, ਪਸ਼ੂਆਂ, ਪੰਛੀਆਂ ਨਾਲ ਜੁੜਦਾ ਹੀ ਨਹੀਂ। ਪੁਨਰ ਜਨਮ ਵਿੱਚ ਵਿਸ਼ਵਾਸ ਕਰਨ ਵਾਲਿਆਂ ਦੀ ਵਾਤਾਵਰਣ ਦੀ ਸੰਭਾਲ ਵਿੱਚ ਵਡੇਰੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਉਹਨਾਂ ਨੇ ਆਪ ਹੀ ਤਾਂ ਇਸ ਸੰਸਾਰ ਵਿੱਚ ਮੁੜ-ਮੁੜ ਜਨਮ ਲੈਣਾ ਹੈ। ਭਾਰਤ ਕੋਲ ਇਤਿਹਾਸਕ ਸਮਾਂ ਨਹੀਂ ਹੈ, ਮਿਥਿਹਾਸਕ ਸਮਾਂ ਹੈ। ਸਾਡੇ ਕੋਲ ਪ੍ਰਸਿੱਧ ਇਤਿਹਾਸਕ ਵਿਅਕਤੀਆਂ ਦੀਆਂ ਪ੍ਰਾਪਤੀਆਂ ਦੇ ਵੇਰਵੇ ਨਹੀਂ ਹਨ, ਮਿਥਿਹਾਸਕ ਦੇਵਤਿਆਂ ਦੀਆਂ ਕਰਾਮਾਤਾਂ ਦੀਆਂ ਕਥਾਵਾਂ ਹਨ। ਕਿਸੇ ਨੂੰ ਬਹੁਤ ਉੱਚਾ ਸਥਿਤ ਕਰਕੇ ਉਸ ਦੀ ਪੂਜਾ ਹੀ ਹੋ ਸਕਦੀ ਹੈ। ਗਾਂਧੀ ਜੀ ਨਾਲ ਅਸੀਂ ਇਵੇਂ ਕਰ ਰਹੇ ਹਾਂ, ਭਗਤ ਸਿੰਘ ਨਾਲ ਵੀ ਇਵੇਂ ਹੀ ਕਰਾਂਗੇ। ਪਰਮਾਤਮਾ ਹੈਰਾਨੀ ਦਾ ਨਾਂ ਹੈ। ਉਹ ਆਪਣੇ ਨਿਰਣਿਆਂ ਅਤੇ ਕਾਰਜਾਂ ਨਾਲ ਸਾਨੂੰ ਹੈਰਾਨ ਕਰਦਾ ਰਹਿੰਦਾ ਹੈ। ਬੁੱਧ ਧਰਮ ਭਾਰਤ ਦਾ ਐਕਸਪੋਰਟ ਕੁਆਲਿਟੀ ਦਾ ਧਰਮ ਹੈ। ਬਾਕੀ ਧਰਮ ਦੇਸ਼ ਅੰਦਰ ਵਰਤੋਂ ਅਤੇ ਖਪਤ ਲਈ ਹਨ। ਪਿਆਰ ਵਿੱਚ ਪ੍ਰੇਮੀ ਅਤੇ ਪ੍ਰੇਮਿਕਾ ਦੋਵੇਂ ਇੱਕ ਦੂਜੇ ਨੂੰ ਹੈਰਾਨ ਕਰਦੇ ਹਨ। ਹੈਰਾਨ ਕਰਨ ਅਤੇ ਹੋਣ ਦੀ ਯੋਗਤਾ ਹੀ ਪਿਆਰ ਦੀ ਵੱਡੀ ਖਿੱਚ ਹੁੰਦੀ ਹੈ। ਜਦੋਂ ਹੈਰਾਨੀ ਮੁੱਕ ਜਾਂਦੀ ਹੈ ਤਾਂ ਅਕੇਵਾਂ ਜਨਮ ਲੈਂਦਾ ਹੈ। ਅਦਿੱਖ ਨੂੰ ਵੇਖ ਸਕਣ ਵਾਲੇ ਹੀ ਅਸੰਭਵ ਨੂੰ ਸੰਭਵ ਬਣਾ ਸਕਦੇ ਹਨ। ਬਹਾਨੇ ਤਿਆਗ ਦਿਓ। ਆਪਣੀ ਅਸਫਲਤਾ ਦਾ ਦੋਸ਼ ਹੋਰਾਂ ਨੂੰ ਦੇਣਾ ਬੰਦ ਕਰੋ ਅਤੇ ਆਪਣੇ ਵਿੱਚ ਪਰਿਵਰਤਨ ਵਾਪਰਦਾ ਵੇਖੋ। ਮੇਰੀਆਂ ਸਮੱਸਿਆਵਾਂ ਹਨ। ਇਹਨਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ। ਇਹਨਾਂ ਨੂੰ ਮੈਂ ਹੀ ਹੱਲ ਕਰਾਂਗਾ। ਇਹ ਉਹੀ ਕਹੇਗਾ ਜਿਸ ਨੇ ਸਫਲ ਹੋਣ ਦਾ ਪ੍ਰਣ ਲੈ ਲਿਆ ਹੈ। ਨਾਜਾਇਜ਼ ਸਬੰਧਾਂ ਵਾਲੀਆਂ ਦੋਵੇਂ ਧਿਰਾਂ ਵੱਖਰੇ ਵੱਖਰੇ ਤਰਕ ਨਾਲ ਆਪਣੇ ਆਪ ਨੂੰ ਸਹੀ ਦੱਸਦੀਆਂ ਹਨ। ਸਕੂਲ ਅਧਿਆਪਕਾਵਾਂ ਦਾ ਛੋਟੇ ਬੱਚਿਆਂ ਨਾਲ ਵਾਹ ਪੈਂਦਾ ਹੈ, ਜਿਨ੍ਹਾਂ ਨੂੰ ਉਹ ਡਾਂਟਦੀਆਂ ਵੀ ਹਨ। ਉਹਨਾਂ ਦਾ ਇਹ ਵਿਹਾਰ ਉਹਨਾਂ ਦੀ ਆਦਤ ਬਣ ਜਾਂਦੀ ਹੈ। ਘਰ ਵਿੱਚ ਪਤੀ ਨਾਲ ਵੀ ਉਹ ਅਜਿਹਾ ਹੀ ਵਿਹਾਰ ਕਰਦੀਆਂ ਹਨ। ਅਰਥਪੂਰਨ ਕਾਰਜਾਂ ਵਿੱਚ ਰੁੱਝੇ ਰਹਿਣ ਨਾਲ ਡਰ ਘਟ ਜਾਂਦਾ ਹੈ, ਦਰਦ ਵੀ ਘਟ ਜਾਂਦਾ ਹੈ, ਖਰਚ ਵੀ ਘਟ ਜਾਂਦਾ ਹੈ। ਅੰਧ ਵਿਸ਼ਵਾਸੀ ਸੱਭਿਆਚਾਰ ਪਛੜੇ ਹੋਏ ਨਾਗਰਿਕ ਹੀ ਉਪਜਾਉਂਦਾ ਹੈ। ਹੌਸਲੇ ਨਾਲ ਕੰਮ ਆਰੰਭਣ ਨਾਲ ਸਫਲਤਾ ਵੀ ਆਰੰਭ ਹੋ ਜਾਂਦੀ ਹੈ। ਵਿਗਿਆਨ ਯਥਾਰਥਵਾਦ ਦੀ ਅਤੇ ਯਥਾਰਥਵਾਦ ਵਿਗਿਆਨ ਦੀ ਉਪਜ ਹੈ। ਧਰਮ ਆਦਰਸ਼ਵਾਦ ਦਾ ਅਤੇ ਆਦਰਸ਼ਵਾਦ ਧਰਮ ਦਾ ਅੱਗਾ ਪਿੱਛਾ ਹਨ। ਦੂਰਬੀਨ ਅਤੇ ਖੁਰਦਬੀਨ ਵਿਗਿਆਨ ਨੂੰ ਕਾਰਜੀ ਰੂਪ ਵਿੱਚ ਵਿਖਾਉਂਦੀਆਂ ਹਨ। ਵਿਗਿਆਨ ਵਿਕਾਸ ਕਰਦਾ ਹੈ, ਧਰਮ ਸਥਿਰ ਰਹਿੰਦਾ ਹੈ, ਅੱਗੇ ਨਹੀਂ ਜਾਂਦਾ। ਦੋਹਾਂ ਦੇ ਸੁਭਾਅ ਦਾ ਇਹ ਵਖਰੇਵਾਂ ਧਰਮ ਦੇ ਪਛੜਨ ਅਤੇ ਵਿਗਿਆਨ ਦੀ ਚੜ੍ਹਤ ਦਾ ਕਾਰਨ ਬਣਿਆ ਹੈ। ਸਰਵੋਤਮ ਵਿਗਿਆਨ ਗਣਿਤ ਹੈ। ਗਣਿਤ ਸਾਰੇ ਵਿਗਿਆਨਾਂ ਦਾ ਆਧਾਰ ਹੈ।
ਜਿਉਂ-ਜਿਉਂ ਇਸਤਰੀ ਨੂੰ ਵਧੇਰੇ ਅਧਿਕਾਰ ਮਿਲ ਰਹੇ ਹਨ, ਤਿਉਂ-ਤਿਉਂ ਉਸ ਦੀਆਂ ਜ਼ਿੰਮੇਵਾਰੀਆਂ ਅਤੇ ਪਰੇਸ਼ਾਨੀਆਂ ਵੱਧ ਰਹੀਆਂ ਹਨ ਅਤੇ ਸਮੁੱਚੇ ਰੂਪ ਵਿੱਚ ਉਸ ਦਾ ਜੀਵਨ ਵਧੇਰੇ ਮੁਸ਼ਕਲਾਂ ਵਾਲਾ ਹੁੰਦਾ ਜਾ ਰਿਹਾ ਹੈ। ਇਸਤਰੀ ਨੂੰ ਵਾਸਤਵ ਵਿੱਚ ਉਹਨਾਂ ਅਧਿਕਾਰਾਂ ਦੀ ਲੋੜ ਹੈ ਜਿਹੜੇ ਉਸ ਦੀ ਸਮਰੱਥਾ ਵਧਾਉਣ, ਨਾ ਕਿ ਪਰੇਸ਼ਾਨੀਆਂ ਉਪਜਾਉਣ। ਵਿਆਹ ਵੇਲੇ ਹਰ ਸਮਾਜ ਵਿੱਚ ਪੁਰਸ਼ ਇਸਤਰੀ ਨੂੰ ਬਰਾਬਰ ਸਮਝਿਆ ਜਾਂਦਾ ਹੈ, ਪਰ ਹਰ ਇਸਤਰੀ ਆਪ ਹੀ ਪਤੀ ਨੂੰ ਪਹਿਲ ਦੇਣ ਲੱਗ ਪੈਂਦੀ ਹੈ। ਵੇਸ਼ਵਾਵਾਂ ਅਕਸਰ ਉਹਨਾਂ ਸਮਾਜਾਂ ਵਿੱਚ ਹੁੰਦੀਆਂ ਹਨ ਜਿੱਥੇ ਇੱਕ ਪਤੀ ਪਤਨੀ ਦੀ ਪ੍ਰਥਾ ਹੈ। ਵੇਸ਼ਵਾਵਾਂ ਪੁਰਸ਼ਾਂ ਨੂੰ ਬਹੁ ਪਤਨੀਵਾਦ ਵਾਲਾ ਅਨੁਭਵ ਪ੍ਰਦਾਨ ਕਰਦੀਆਂ ਹਨ। ਹਰੇਕ ਪਛੜੇ ਸਮਾਜ ਵਿੱਚ ਲੋਕ ਕੀ ਕਹਿਣਗੇ ਬੜਾ ਮਹੱਤਵਪੂਰਨ ਪੱਖ ਹੁੰਦਾ ਹੈ। ਅਮੀਰ ਖੁਸ਼ਹਾਲ ਸਮਾਜਾਂ ਵਿੱਚ ਕੋਈ ਪ੍ਰਵਾਹ ਨਹੀਂ ਕਰਦਾ ਕਿ ਲੋਕ ਕੀ ਕਹਿਣਗੇ, ਜਿਸ ਕਾਰਨ ਲੋਕ ਕੁਝ ਨਹੀਂ ਕਹਿੰਦੇ। ਕਿਸੇ ਕੋਲ ਕੁਝ ਕਹਿਣ ਦਾ ਵਕਤ ਹੀ ਨਹੀਂ ਹੁੰਦਾ। ਇਸਤਰੀ ਦੇ ਜੀਵਨ ਵਿੱਚ ਕੁਝ ਗਿਣਤੀ ਦੇ ਹੀ ਵਰ੍ਹੇ ਹੁੰਦੇ ਹਨ ਜਿਨ੍ਹਾਂ ਵਿੱਚ ਉਸ ਦਾ ਮੁੱਲ ਪੈਣਾ ਹੁੰਦਾ ਹੈ। ਜਵਾਨੀ ਵਿੱਚ ਸ਼ੌਂਕ ਮਾਪਿਆਂ ਦੇ ਪੈਸਿਆਂ ਨਾਲ ਪੂਰੇ ਹੁੰਦੇ ਹਨ, ਆਪਣੇ ਪੈਸਿਆਂ ਨਾਲ ਲੋੜਾਂ ਹੀ ਪੂਰੀਆਂ ਹੁੰਦੀਆਂ ਹਨ। ਜੇ ਬੈਲੂਨ ਵਿੱਚ ਉੱਚੇ ਜਾਈਏ ਤਾਂ ਉੱਚੇ ਜਾਣ ਦਾ ਅਹਿਸਾਸ ਨਹੀਂ ਹੁੰਦਾ। ਧਰਤੀ ਦੇ ਥੱਲੇ ਹੋਰ ਥੱਲੇ ਧੱਸਦੇ ਜਾਣ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਅਨੁਭਵ ਨਹੀਂ ਮਿਲਦਾ ਜਿਹੜਾ ਸੋਚ ਕੇ ਬੈਲੂਨ ਵਿੱਚ ਜਾਂਦੇ ਹਾਂ। ਜੇ ਤੁਸੀਂ ਖੁੱਲ੍ਹ ਕੇ ਹੱਸਦੇ ਹੋ ਤਾਂ ਤੁਹਾਨੂੰ ਪ੍ਰਸੰਨ ਹੋਣਾ ਆਉਂਦਾ ਹੈ। ਜੇ ਤੁਸੀਂ ਖੁੱਲ੍ਹ ਕੇ ਰੋਂਦੇ ਹੋ ਤਾਂ ਤੁਹਾਨੂੰ ਦੁੱਖ ਬਰਦਾਸ਼ਤ ਕਰਨਾ ਆਉਂਦਾ ਹੈ, ਜਿਸ ਨਾਲ ਤਸੱਲੀ ਮਿਲਦੀ ਹੈ। ਤਸੱਲੀ ਵੀ ਪ੍ਰਸੰਨਤਾ ਦੀ ਇੱਕ ਕਿਸਮ ਹੁੰਦੀ ਹੈ। ਪ੍ਰਸੰਨਤਾ ਪੈਸੇ, ਜਾਇਦਾਦ, ਅਹੁਦੇ, ਰੁਤਬੇ ਉੱਤੇ ਹੀ ਨਹੀਂ, ਸਗੋਂ ਚੰਗੀ ਸਿਹਤ, ਚੰਗੇ ਸ਼ੌਂਕ ਅਤੇ ਤੰਦਰੁਸਤ ਦ੍ਰਿਸ਼ਟੀਕੋਣ ਉੱਤੇ ਵਧੇਰੇ ਨਿਰਭਰ ਕਰਦੀ ਹੈ। ਮਿਲਣ ਸਮੇਂ ਇੱਕ ਦੂਜੇ ਦੀ ਸਿਹਤ ਬਾਰੇ ਇਸ ਲਈ ਪੁੱਛਿਆ ਜਾਂਦਾ ਹੈ ਕਿ ਜੇ ਸਿਹਤ ਠੀਕ ਹੈ ਤਾਂ ਸਭ ਕੁਝ ਠੀਕ ਹੈ। ਪੈਸਾ ਕਮਾਉਣਾ ਇਸ ਲਈ ਪ੍ਰਸੰਨ ਕਰਦਾ ਹੈ ਕਿਉਂਕਿ ਇਹ ਸੂਖਮ ਅਤੇ ਸਥੂਲ ਦੋਹਾਂ ਢੰਗਾਂ ਰੂਪਾਂ ਵਿੱਚ ਸਾਡੀਆਂ ਲੋੜਾਂ ਅਤੇ ਇੱਛਾਵਾਂ ਪੂਰੀਆਂ ਕਰਨ ਦੀ ਸਮਰੱਥਾ ਅਤੇ ਸ਼ਕਤੀ ਰੱਖਦਾ ਹੈ। ਜਦੋਂ ਕੋਈ ਵਿਅਕਤੀ ਯੋਗਤਾ ਨਾਲੋਂ ਵੱਧ ਅਮੀਰ ਹੋ ਜਾਵੇ, ਉਹ ਅਕੇਵੇਂ ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਕਾਰਨ ਉਹ ਕੁਰਾਹੇ ਪੈ ਕੇ, ਭੈੜੀਆਂ ਆਦਤਾਂ ਦਾ ਆਦੀ ਹੋ ਕੇ ਆਪਣੀ ਯੋਗਤਾ ਦੀ ਪੱਧਰ ਨਾਲੋਂ ਵੀ ਨੀਵਾਂ ਹੋ ਜਾਂਦਾ ਹੈ। ਖੁਸ਼ਹਾਲ ਵਿਅਕਤੀ ਆਪਣੇ ਪੈਸੇ, ਜਾਇਦਾਦ ਦਾ ਮਾਣ ਨਹੀਂ ਕਰਦੇ, ਆਪਣੀ ਮਿਹਨਤ ਤੇ ਵਿਸ਼ਵਾਸ ਕਰਦੇ ਹਨ। ਘੜੀ ਬੰਨੋਗੇ, ਵਕਤ ਪਿੱਛੇ ਪੈ ਜਾਵੇਗਾ। ਬਚਪਨ ਵਾਲੀਆਂ ਛੁੱਟੀਆਂ ਜ਼ਿੰਦਗੀ ਵਿੱਚ ਫਿਰ ਨਹੀਂ ਆਉਂਦੀਆਂ। ਸਾਡੀ ਬੁੱਧੀ 3 ਢੰਗਾਂ ਨਾਲ ਵਿਕਾਸ ਕਰਦੀ ਹੈ। ਇਹ ਸਮਾਨਤਾਵਾਂ ਲੱਭਦੀ ਹੈ, ਜਿਵੇਂ ਸ਼ੇਰ ਅਤੇ ਚੀਤੇ, ਗਊ ਅਤੇ ਮੱਝ ਵਿਚਕਾਰ। ਇਹ ਵਖਰੇਵੇਂ ਭਾਂਪਦੀ ਹੈ, ਜਿਵੇਂ ਦਿਨ ਰਾਤ, ਕੌੜੇ ਮਿੱਠੇ ਵਿਚਕਾਰ। ਇਹ ਸੰਬੰਧ ਵੇਖਦੀ ਹੈ, ਜਿਵੇਂ ਧੂਏਂ ਅਤੇ ਅੱਗ, ਦੁੱਧ ਅਤੇ ਮੱਖਣ, ਬੱਦਲ ਅਤੇ ਮੀਂਹ ਵਿਚਕਾਰ। ਪੰਛੀ ਬੀਜਾਂ ਨੂੰ ਦੂਰ ਦੁਰਾਡੀਆਂ ਥਾਵਾਂ ਤੇ ਲੈ ਜਾਂਦੇ ਹਨ। ਪੰਛੀਆਂ ਵਾਂਗ ਦਰਖਤਾਂ, ਬੂਟਿਆਂ ਦੇ ਬੀਜ ਹਵਾਵਾਂ ਨਾਲ ਉੱਡ ਕੇ ਦੂਰ ਇਲਾਕਿਆਂ ਵਿੱਚ ਪਹੁੰਚ ਜਾਂਦੇ ਹਨ। ਕੁਦਰਤ ਦੇ ਪ੍ਰਬੰਧ ਨਿਆਰੇ ਹਨ। ਨਵੇਂ ਵਿਚਾਰ ਅੰਕੜਿਆਂ ਨਾਲ ਨਹੀਂ ਉਪਜਦੇ, ਦਲੇਰ ਸੋਚਵਾਨਾਂ ਦੀ ਇਲਹਾਮੀ ਕਲਪਨਾ ਨਾਲ ਉਪਜਦੇ ਹਨ। ਪ੍ਰਸੰਨਤਾ ਅਤੇ ਸੰਤੁਸ਼ਟਤਾ ਕਿਸੇ ਹੱਦ ਤੱਕ ਹੀ ਹੋ ਸਕਦੀਆਂ ਹਨ। ਇਹ ਹੱਦ ਸਾਡੀਆਂ ਸਮੁੱਚੀਆਂ ਸੋਚਾਂ ਅਤੇ ਸਾਡੇ ਕਾਰਜਾਂ ਤੇ ਨਿਰਭਰ ਕਰਦੀ ਹੈ। ਵਿਕਾਸ ਦੇ ਮੁੱਢਲੇ ਦੌਰ ਵਿੱਚ ਅਤਿ-ਅਧਿਕ ਪ੍ਰਸ਼ੰਸਾ ਹਾਨੀਕਾਰਕ ਸਾਬਤ ਹੁੰਦੀ ਹੈ, ਕਿਉਂਕਿ ਧਿਆਨ ਆਪਣੇ ਨਿਸ਼ਾਨੇ ਤੋਂ ਹਟ ਕੇ ਹੋਰ ਪ੍ਰਸ਼ੰਸਾ ਕਮਾਉਣ ਵਿੱਚ ਲੱਗ ਜਾਂਦਾ ਹੈ ਅਤੇ ਕਲਾਕਾਰ ਦੀ ਕਲਾ ਨਿਖਰਨ ਸੁਧਰਨ ਦੀ ਥਾਂ ਪ੍ਰਸ਼ੰਸਾ ਦੀ ਭੁੱਖ ਦਾ ਸ਼ਿਕਾਰ ਹੋ ਜਾਂਦੀ ਹੈ। ਦਿਮਾਗੀ ਕੰਮ ਕਰਨ ਵਾਲਿਆਂ ਨੂੰ ਹੱਥੀਂ ਕੰਮ ਕਰਨ ਵਾਲਿਆਂ ਨਾਲੋਂ ਉਚੇਚਾ ਸਮਝਿਆ ਜਾਂਦਾ ਹੈ। ਸੋਚਣਾ ਅਤੇ ਕਰਨਾ ਆਪਸ ਵਿੱਚ ਅੰਦਰੋਂ ਜੁੜੇ ਹੁੰਦੇ ਹਨ। ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਈਟ ਭਰਾਵਾਂ ਨੇ ਕਾਰਜ ਰਾਹੀਂ ਵਿਕਾਸ ਕੀਤਾ ਅਤੇ ਸੋਚਣ ਰਾਹੀਂ ਸੁਧਾਰ ਕੀਤਾ। ਜਦੋਂ ਨਵੇਂ ਵਿਚਾਰ ਹੋਣਗੇ ਤਾਂ ਕੁਝ ਨਵਾਂ ਵੇਖਣ, ਸੁਣਨ, ਸੋਚਣ, ਕਰਨ ਦੇ ਨਵੇਂ ਆਧਾਰ ਅਤੇ ਅਵਸਰ ਵੀ ਉਜਾਗਰ ਹੋ ਜਾਣਗੇ। ਹਰੇਕ ਭਾਸ਼ਾ ਦੀ ਲਿਪੀ ਦੇ ਅੱਖਰਾਂ ਦਾ ਨਿਰਮਾਣ ਪੰਛੀਆਂ, ਪਸ਼ੂਆਂ, ਫਲਾਂ, ਭਾਂਡਿਆਂ, ਹਥਿਆਰਾਂ, ਸੰਦਾਂ ਆਦਿ ਦੇ ਨੈਣ ਨਕਸ਼ਾਂ ਅਤੇ ਰੂਪਾਂ ਵਿੱਚੋਂ ਹੋਇਆ ਹੈ।
ਸਖਤ ਸਰਦੀ ਵਿੱਚ ਜੇ ਧੁੱਪ ਨਿਕਲੀ ਹੋਵੇ ਤਾਂ ਪ੍ਰਤੀਤ ਹੁੰਦਾ ਹੈ ਕਿ ਰੱਬ ਸਾਡਾ ਪੂਰਾ ਧਿਆਨ ਰੱਖ ਰਿਹਾ ਹੈ। ਕਾਨੂੰਨ ਨੂੰ ਮੰਨਣ ਵਾਲਾ ਪੈਸੇ ਨੂੰ ਸਿਆਣਪ ਅਤੇ ਧਿਆਨ ਨਾਲ ਖਰਚਦਾ ਹੈ। ਜਦੋਂ ਕੋਈ ਪੁਰਸ਼ ਵਿਆਹਿਆ ਜਾਂਦਾ ਹੈ ਤਾਂ ਉਸ ਦੀ ਆਪਣੀ ਸੇਵਾ ਹੋਣ ਲੱਗ ਪੈਂਦੀ ਹੈ ਅਤੇ ਉਸ ਦੀਆਂ ਮਾਨਵ ਜਾਤੀ ਦੀ ਸੇਵਾ ਕਰਨ ਦੀਆਂ ਗੱਲਾਂ ਫਿੱਕੀਆਂ ਅਤੇ ਵਿਉਂਤਾਂ ਢਿੱਲੀਆਂ ਪੈ ਜਾਂਦੀਆਂ ਹਨ। ਕਈ ਰਾਜਸੀ ਆਗੂ ਸਮਝਦੇ ਹਨ ਕਿ ਉਹਨਾਂ ਨੇ ਇਤਿਹਾਸ ਵਿੱਚ ਸੰਦੀਵੀ ਸਥਾਨ ਪ੍ਰਾਪਤ ਕਰ ਲਿਆ ਹੈ, ਪਰ ਉਹ ਤੀਜੇ ਦਿਨ ਭੁਲਾ ਦਿੱਤੇ ਜਾਂਦੇ ਹਨ। ਜਿਹੜੇ ਸਭ ਕੁਝ ਤਿਆਗ ਦਿੰਦੇ ਹਨ, ਪ੍ਰਸਿੱਧ ਹੋਣ ਅਤੇ ਪ੍ਰਸ਼ੰਸਾ ਕਰਵਾਉਣ ਦੀ ਇੱਛਾ ਉਹ ਵੀ ਨਹੀਂ ਤਿਆਗ ਸਕਦੇ। ਮੂਰਖਤਾ ਨੂੰ ਮੂਰਖਤਾ ਸਮਝਦੇ ਹੋਏ ਵੀ ਮੂਰਖਤਾ ਤਿਆਗ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਆਪਣੀ ਮੂਰਖਤਾ ਸਿੱਧ ਕਰਨੀ ਹੁੰਦੀ ਹੈ। ਲੋਕਾਂ ਦੀ ਸਾਡੇ ਬਾਰੇ ਰਾਏ ਆਰਜੀ ਅਤੇ ਭਰਮ ਭੁਲੇਖਿਆਂ ਵਾਲੀ ਹੁੰਦੀ ਹੈ। ਕਿਸੇ ਬਾਰੇ ਸਾਡੀ ਰਾਏ ਵੀ ਹਮੇਸ਼ਾ ਲਈ ਇੱਕੋ ਜਿਹੀ ਨਹੀਂ ਰਹਿੰਦੀ। ਉੱਚਾ ਬੁੱਧੀ ਨਾਲ ਹੋਇਆ ਜਾਂਦਾ ਹੈ, ਵੱਡਾ ਚਰਿੱਤਰ ਨਾਲ। ਜੇ ਕਿਸੇ ਪ੍ਰਸ਼ੰਸਾਮਈ ਗੱਲ ਨੂੰ ਲਮਕਾ ਕੇ ਕਿਹਾ ਜਾਵੇ ਤਾਂ ਸਨਮਾਨ ਕਰਨ ਵਾਲੇ ਸ਼ਬਦ ਅਪਮਾਨ ਦਾ ਕਾਰਜ ਕਰਦੇ ਹਨ। ਕਈ ਵਾਰੀ ਕਿਸੇ ਦੀ ਇੱਕ ਹੀ ਗੱਲ ਤੋਂ ਉਸ ਦੀ ਅਗਿਆਨਤਾ ਦੀ ਡੂੰਘਾਈ ਮਾਪੀ ਜਾ ਸਕਦੀ ਹੈ। ਕ੍ਰਿਕਟ ਦੇ ਮੈਚ ਬਾਰੇ ਕੋਈ ਪੁੱਛ ਰਿਹਾ ਸੀ, ਕਿਤਨੇ ਗੋਲ ਹੋ ਗਏ ਹਨ। ਵੱਡੇ ਅਹੁਦੇ ਤੋਂ ਉਤਰਿਆ ਜੇ ਕੋਈ ਸਧਾਰਨ ਵਿਅਕਤੀ ਵਾਂਗ ਵਿਹਾਰ ਕਰੇ ਤਾਂ ਲੋਕ ਸਤਿਕਾਰ ਪ੍ਰਗਟਾਉਂਦੇ ਹਨ। ਜੇ ਕਿਸੇ ਪੁਰਸ਼ ਦਾ ਵਿਹਾਰ ਆਸ ਨਾਲੋਂ ਬਹੁਤ ਨੀਵਾਂ ਹੋਵੇ ਤਾਂ ਔਰਤਾਂ ਉਸ ਨੂੰ ਧੋ ਕੇ, ਨਿਚੋੜ ਕੇ, ਛੰਡ ਕੇ ਟੰਗ ਦਿੰਦੀਆਂ ਹਨ। ਅਸਲ ਪ੍ਰਾਪਤੀ ਉਹ ਹੁੰਦੀ ਹੈ ਜੋ ਦੱਸੀ ਨਾ ਜਾਵੇ, ਲੋਕ ਆਪੇ ਜਾਣਨ। ਓਲੰਪਿਕਸ ਵਿੱਚ ਮੈਡਲ ਜਿੱਤਣ ਬਾਰੇ ਦੱਸਣਾ ਨਹੀਂ ਪੈਂਦਾ, ਹਰ ਕਿਸੇ ਨੂੰ ਪਤਾ ਲੱਗ ਜਾਂਦਾ ਹੈ। ਜਿੱਥੇ ਚਮਕ ਵਧੇਰੇ ਹੋਵੇਗੀ, ਉੱਥੇ ਨਿਗੂਣੇ ਅਤੇ ਕੋਝੇ ਨੂੰ ਮੁੱਲਵਾਨ ਅਤੇ ਸਧਾਰਨ ਨੂੰ ਉੱਤਮ ਦਰਸਾਉਣ ਦਾ ਯਤਨ ਕੀਤਾ ਜਾਵੇਗਾ। ਚਮਕ ਧੋਖਾ ਦੇਣ ਲਈ ਹੁੰਦੀ ਹੈ। ਫੌਜ ਦਾ ਆਪਣਾ ਸੱਭਿਆਚਾਰ ਹੁੰਦਾ ਹੈ, ਉੱਥੇ ਸਭ ਕੁਝ ਕਰਤੱਵ ਦੀ ਭਾਵਨਾ ਨਾਲ ਕੀਤਾ ਜਾਂਦਾ ਹੈ। ਕਰਤੱਵ ਪਾਲਣ ਦੇ ਪ੍ਰਮਾਣ ਵਰਦੀ ਨੂੰ ਲੱਗੀਆਂ ਫੀਤੀਆਂ, ਫੁੰਮਣ ਅਤੇ ਤਾਰੇ ਹੁੰਦੇ ਹਨ। ਉਂਝ ਹਰੇਕ ਵਿਅਕਤੀ ਸਧਾਰਨ ਹੁੰਦਾ ਹੈ, ਪਰ ਅਹੁਦੇ ਅਤੇ ਰੁਤਬੇ ਨਾਲ ਉਹ ਵਿਸ਼ੇਸ਼ ਬਣ ਜਾਂਦਾ ਹੈ। ਕਈ ਵਾਰੀ ਅਸੀਂ ਵਿਅਕਤੀ ਦਾ ਨਹੀਂ, ਰੁਤਬੇ ਅਤੇ ਅਹੁਦੇ ਦਾ ਹੀ ਸਤਿਕਾਰ ਕਰਦੇ ਹਾਂ। ਜਦੋਂ ਕਿਸੇ ਆਗੂ ਕੋਲ ਕਹਿਣ ਲਈ ਕੁਝ ਨਾ ਹੋਵੇ ਤਾਂ ਉਹ ਆਪਣੇ ਦੇਸ਼ ਨੂੰ ਮਹਾਨ, ਆਪਣੇ ਪ੍ਰਾਂਤ ਨੂੰ ਖੁਸ਼ਹਾਲ ਅਤੇ ਲੋਕਾਂ ਨੂੰ ਬਲਵਾਨ ਅਤੇ ਹਰ ਚੀਜ਼ ਨੂੰ ਮੁੱਲਵਾਨ ਸਿੱਧ ਕਰਨ ਲੱਗ ਪੈਂਦਾ ਹੈ। ਬੁਲਾਰੇ ਨੂੰ ਕਹੋ, ਤੂੰ ਆਪਣੇ ਬਾਰੇ ਅਤੇ ਆਪਣੀਆਂ ਪ੍ਰਾਪਤੀਆਂ ਬਾਰੇ ਗੱਲ ਕਰ, ਉਹ ਚੁੱਪ ਹੋ ਜਾਵੇਗਾ। ਕਿਸੇ ਨਾ ਕਿਸੇ ਚੀਜ਼ ਦਾ ਮਾਣ ਕਰਨ ਅਤੇ ਕਿਸੇ ਨਾ ਕਿਸੇ ਘਟਨਾ ਤੋਂ ਸ਼ਰਮਸਾਰ ਹੋਣ ਦੀਆਂ ਭਾਵਨਾਵਾਂ ਹਰ ਕਿਸੇ ਵਿੱਚ ਹੁੰਦੀਆਂ ਹਨ। ਕੁਝ ਵੀ ਕਰਨ ਲਈ ਸਾਨੂੰ ਹੋਰਾਂ ਦੇ ਸਿੱਧੇ ਅਸਿੱਧੇ ਸਹਿਯੋਗ ਦੀ ਲੋੜ ਪੈਂਦੀ ਹੈ। ਇਹ ਸਹਿਯੋਗ ਲੋਕਾਂ ਦੇ ਸਾਡੇ ਵਿੱਚ ਭਰੋਸੇ ਦੇ ਅਨੁਪਾਤ ਵਿੱਚ ਮਿਲਦਾ ਹੈ। ਜਵਾਨੀ ਵਿੱਚ ਪੈਰ ਧਰ ਰਹੀ ਲੜਕੀ ਦਾ ਪਹਿਲਾ ਪਿਆਰ ਸ਼ੀਸ਼ੇ ਨਾਲ ਹੁੰਦਾ ਹੈ। ਭਾਵੇਂ ਭੈਣਾਂ ਵੱਡੀਆਂ ਹੋਣ, ਉਹ ਛੋਟੇ ਭਰਾ ਨੂੰ ਆਪਣਾ ਆਗੂ ਮੰਨ ਲੈਂਦੀਆਂ ਹਨ। ਜਿੱਥੇ ਜੀਵਨ ਬਹੁਤ ਨੇਮਬੱਧ ਹੁੰਦਾ ਹੈ, ਉੱਥੇ ਨੇਮਾਂ ਦੀ ਉਲੰਘਣਾ ਹੀ ਮਨ ਪਰਚਾਵਾ ਹੋ ਨਿਬੜਦੀ ਹੈ। ਸੇਵਾ ਵਿੱਚ ਜੇ ਦਿਲ ਵੀ ਹਾਜ਼ਰ ਹੋਵੇ ਤਾਂ ਸੇਵਾ ਦੀ ਪੱਧਰ ਉੱਚੀ ਹੋ ਜਾਂਦੀ ਹੈ। ਧਰਮ ਵਿੱਚ ਕੰਮ ਨੂੰ ਸੇਵਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਕੰਮ ਵਿੱਚ ਸ਼ਰਧਾ ਰਲੀ ਹੁੰਦੀ ਹੈ। ਸੱਚਾ ਕਲਾਕਾਰ ਉਹ ਹੁੰਦਾ ਹੈ ਜਿਹੜਾ ਸਟੇਜ ਤੋਂ ਬਾਹਰ ਵੀ ਕਲਾਕਾਰ ਲੱਗੇ। ਸੰਗੀਤਕਾਰ ਆਪਣਾ ਘਰ ਸੰਗੀਤ ਨੂੰ ਮੁੱਖ ਰੱਖ ਕੇ ਉਸਾਰਦੇ ਹਨ। ਉਸ ਵਿੱਚ ਰਿਆਜ਼ ਲਈ ਇੱਕ ਕਮਰਾ ਹੋਣਾ ਜ਼ਰੂਰੀ ਹੁੰਦਾ ਹੈ। ਜੇ ਮਹਿਸੂਸ ਕਰਦੇ ਹੋ ਤਾਂ ਸੋਚਦੇ ਵੀ ਹੋਵੋਗੇ। ਜੇ ਸੋਚਦੇ ਹੋ ਤਾਂ ਤੁਹਾਡੀ ਕੋਈ ਰਾਏ ਵੀ ਹੋਵੇਗੀ। ਜੇ ਰਾਏ ਹੈ ਤਾਂ ਉਹ ਹਾਂ ਪੱਖੀ ਜਾਂ ਨਾ ਪੱਖੀ ਹੋਵੇਗੀ, ਜਿਹੜੀ ਦੱਸੇਗੀ ਕਿ ਤੁਸੀਂ ਕੌਣ ਹੋ, ਕੀ ਹੋ। ਸਿਹਤ ਹੀ ਠੀਕ ਨਹੀਂ ਹੋਣੀ ਚਾਹੀਦੀ, ਜ਼ਿੰਦਗੀ ਦੀ ਵਿਉਂਤ ਅਤੇ ਜਿਉਣ ਦਾ ਕੋਈ ਉਦੇਸ਼ ਵੀ ਹੋਣਾ ਚਾਹੀਦਾ ਹੈ। ਹੋਰਾਂ ਵਿੱਚ ਦਿਲਚਸਪੀ ਲੈਣ ਵਾਲੇ ਹੀ ਦਿਲਚਸਪ ਹੁੰਦੇ ਹਨ।
ਸਿਧਾਂਤ ਪ੍ਰਭਾਵਿਤ ਕਰਦੇ ਹਨ, ਪਰ ਜਦੋਂ ਸਿਧਾਂਤਕਾਰਾਂ ਨਾਲ ਵਿਚਰਨਾ ਪੈਂਦਾ ਹੈ ਤਾਂ ਸਿਧਾਂਤ ਅਕਸਰ ਸਿਰ ਪਰਨੇ ਹੋ ਜਾਂਦੇ ਹਨ। ਚੋਣਾਂ ਵਿੱਚ ਮੁੱਖ ਫੈਸਲਾ ਇਹ ਹੁੰਦਾ ਹੈ ਕਿ ਵੋਟਰਾਂ ਨੇ ਕਿਹਨਾਂ ਨੂੰ ਰੱਦ ਕੀਤਾ ਹੈ। ਅਵਸਰ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਲਾਭਦਾਇਕ ਅਵਸਰ ਅਤੇ ਅਜਾਈ ਗਵਾਏ ਅਵਸਰ ਆਪਣਾ ਆਪਣਾ ਪ੍ਰਭਾਵ ਅਵੱਸ਼ ਪਾਉਂਦੇ ਹਨ। ਯੋਗ ਵਿੱਚ ਅੰਦਰ ਚੁੱਪ ਅਤੇ ਬਾਹਰ ਸ਼ਾਂਤੀ ਹੋਣੀ ਚਾਹੀਦੀ ਹੈ। ਵਚਨਬੱਧਤਾ ਪਿੱਛੇ ਜੇ ਚਰਿੱਤਰ ਦੀ ਸ਼ਕਤੀ ਨਹੀਂ ਤਾਂ ਇਹ ਜਿੱਦ ਹੁੰਦੀ ਹੈ। ਜਿਹੜੀ ਚੀਜ਼ ਪਿਆਰੀ ਹੁੰਦੀ ਹੈ ਉਹ ਸਾਨੂੰ ਜਿਉਂਦਾ ਰੱਖਦੀ ਹੈ, ਪਰ ਉਸ ਲਈ ਅਸੀਂ ਮਰਨ ਲਈ ਵੀ ਤਿਆਰ ਹੁੰਦੇ ਹਾਂ। ਜੇ ਤੁਹਾਡੇ ਵਿੱਚ ਸੰਸਾਰ ਦੀਆਂ ਮਿਹਰਬਾਨੀਆਂ ਪ੍ਰਤੀ ਧੰਨਵਾਦ ਦੀ ਬਿਰਤੀ ਗੈਰ ਹਾਜ਼ਰ ਹੈ ਤਾਂ ਤੁਹਾਨੂੰ ਪ੍ਰਸੰਨਤਾ ਦੇ ਬਹੁਤੇ ਮੌਕੇ ਨਹੀਂ ਮਿਲਣਗੇ। ਸਾਡੇ ਪੱਖਪਾਤ ਸਾਡੇ ਕਈ ਮੁੱਲਵਾਨ ਅਨੁਭਵ ਖੋਹ ਲੈਂਦੇ ਹਨ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।